Hello, dear students. Welcome to your own English learning channel, True Stone English Guru. I hope you all are doing really good. So, ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ sentence structure. ਇਹ sentence structure ਸਿੱਖਣਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਐਂਡ ਸਪੈਸ਼ਲੀ IELTS ਔਰ PT ਦੇ ਸਟੂਡੈਂਟਸ ਬਿਕਾਜ਼ ਬਹੁਤ ਸਾਰੇ ਬੱਚਿਆਂ ਨੂੰ IELTS PT 'ਚ ਇਹ ਪ੍ਰੋਬਲਮ ਹੁੰਦੀ ਹੈ ਕਿ ਫਿਲਿਪਸ ਜਾਂ ਟਰੂ ਫਾਲਸ ਕਰਨ ਵੇਲੇ ਉਹਨਾਂ ਨੂੰ ਇਹ ਦਿੱਕਤ ਹੁੰਦੀ ਹੈ ਕਿ ਉਹਨਾਂ ਨੂੰ ਲੋਕੇਸ਼ਨ ਲੱਭ ਜਾਂਦੀ ਹੈ ਬਟ ਇਹ ਨਹੀਂ ਸਮਝ ਲੱਗਦਾ ਕਿ ਆਨਸਰ ਕੀ ਹੋਏਗਾ ਬਟ ਜੇ ਤੁਸੀਂ ਅੱਜ ਦੀ ਵੀਡੀਓ ਚੰਗੀ ਤਰ੍ਹਾਂ ਦੇਖੋਗੇ ਸੈਂਟੈਂਸ ਸਟਰਕਚਰ ਨੂੰ ਸਿੱਖੋਗੇ ਆਈ ਅਸ਼ੋਰ ਯੂ ਕਿ ਤੁਹਾਡੀ ਰੀਡਿੰਗ ਹਮੇਸ਼ਾ ਕਰੈਕਟ ਹੋਏਗੀ ਤੁਹਾਡੇ ਪੀਟੀ ਦੇ ਫਿਲਿੰਗ ਦੇ ਬਲੈਂਕਸ ਬਿਲਕੁਲ ਠੀਕ ਹੋਣਗੇ ਸੋ ਵਾਟ ਆਰ ਯੂ ਵੇਟਿੰਗ ਫॉर ਲੈਟਸ ਗੈਟ ਸਟਾਰਟਡ ਸੋ ਲੈਟਸ ਸਟਾਰਟ ਵਿਦ ਸੈਂਟੈਂਸ ਸਟਰਕਚਰ ਅੱਜ ਅਸੀਂ ਜਿਹੜਾ ਸੈਂਟੈਂਸ ਸਟਰਕਚਰ ਕਰਨ ਜਾ ਰਹੇ ਹਾਂ ਇਹ ਵਰਬ ਵਾਲੇ ਸੈਂਟੈਂਸਸ ਯੂਜ਼ ਹੁੰਦਾ ਔਰ ਇਹ ਜਿਹੜੇ ਵਰਬ ਵਾਲੇ ਸੈਂਟੈਂਸਸ ਹੁੰਦੇ ਨੇ ਇਹ ਅਸੀਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਸਪੈਸ਼ਲੀ ਆਇਲਟਸ ਔਰ ਪੀਟੀ ਚ चलो ਅਸੀਂ सेंटेंस स्ट्रक्चर देखते हैं we'll start with subject plus helping verb then verb object and rest of sentence ਹੁਣ ਬਹੁਤ ਸਾਰੇ ਸੈਂਟੈਂਸਸ ਇਦਾਂ ਦੇ ਹੋਣਗੇ ਤੁਹਾਨੂੰ ਉਹਦੇ ਵਿੱਚ ਹੈਲਪਿੰਗ ਵਰਬ ਨਹੀਂ ਮਿਲੇਗਾ ਜਿਵੇਂ ਅਸੀਂ ਟੈਂਸ ਦੇਖੀਏ ਤੁਸੀਂ ਸਾਡੀ ਟੈਂਸਸ ਦੀ ਵੀਡੀਓ ਦੇਖੋ ਜਾ ਕੇ ਸਿੰਪਲ ਪ੍ਰੈਜ਼ੈਂਟ ਔਰ ਸਿੰਪਲ ਪਾਸਟ ਦੇ ਵਿੱਚ ਹੁਣ ਸਿੰਪਲ ਪ੍ਰੈਜ਼ੈਂਟ ਦੇ ਵਿੱਚ ਜਾਂ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚ ਅਸੀਂ ਹੈਲਪਿੰਗ ਵਰਬ ਯੂਜ਼ ਨਹੀਂ ਕਰਦੇ ਸਿੰਪਲ ਪਾਸਟ ਵੀ ਨਹੀਂ ਯੂਜ਼ ਕਰਦੇ ਸੋ ਬਹੁਤ ਸਾਰੇ ਇਹੋ ਜਿਹੇ ਸੈਂਟੈਂਸਸ ਹੋਣਗੇ ਜਿਹਦੇ ਚ ਵਰਬ ਵੀ ਨਹੀਂ ਹੋਏਗਾ ਜਿਹਦੇ ਚ ਆਬਜੈਕਟ ਵੀ ਕਈ ਵਾਰੀ ਮਿਸਿੰਗ ਹੋ ਸਕਦਾ ਹੈ ਜਿਹਦੇ ਚ ਕਈ ਵਾਰੀ ਰੈਸਟ ਆਫ ਸੈਂਟੈਂਸ ਵੀ ਮਿਸਿੰਗ ਹੋ ਸਕਦਾ ਹੈ ਦੇਖੋ ਐਗਜ਼ਾਮਪਲਸ ਦੇ ਥਰੂ ਸਮਝਦੇ ਹਾਂ ਸਾਡਾ ਫਸਟ ਐਗਜ਼ਾਮਪਲ ਦੇਖੋ he is working on his laptop in the office ਹੁਣ ਇਸ ਸੈਂਟੈਂਸ ਵਿੱਚ ਸਾਡੇ ਕੋਲ ਸਾਰਾ ਕੁਝ ਹੈ ਜੋ ਅਸੀਂ ਸਟਰਕਚਰ ਵਿੱਚ ਦਿੱਤਾ ਹੈ ਜਿਵੇਂ ਕਿ he ਸਬਜੈਕਟ ਹੋ ਗਿਆ is ਹੈਲਪਿੰਗ ਵਰਬ ਹੋ ਗਈ ਹੁਣ verb ਸਾਡੀ work ਸੀ ਉਹਦੇ ਨਾਲ ਅਸੀਂ ing ਲਗਾਤਾ working verb ਹੋ ਗਿਆ then laptop ਸਾਡਾ object ਹੋ ਗਿਆ in the office rest of sentence ਹੋ ਗਿਆ ਹੁਣ ਜੇ ਅਸੀਂ ਇਦਾਂ ਲਿਖ ਦਈਏ he is working right ਹੁਣ ਇਹ ਇਕੱਲਾ ਸਾਡਾ subject ਔਰ helping verb ਤੇ verb भी बन गया राइट हेल्पिंग वर्ब ते verb भी ये भी बिल्कुल ठीक है ਇਹਦੇ ਸਾਡਾ ऑब्जेक्ट और रेस्ट ऑफ सेंटेंस मिसिंग है नेक्स्ट देखो he is working on his laptop ਹੁਣ ਇਹ सब्जेक्ट हेल्पिंग वर्ब then verb और ਉਸ ਤੋਂ ਬਾਅਦ on his laptop ਸਾਡਾ ऑब्जेक्ट ਹੁਣ ਇਹਦੇ ਸਾਡੇ ਕੋਲ रेस्ट ऑफ सेंटेंस मिसिंग है ਹੁਣ ਕਈ ਸੈਂਟੈਂਸਸ ਚ ऑब्जेक्ट भी मिसिंग हो सकता देखो ਜਿੱਦਾਂ he ਸਾਡਾ सब्जेक्ट हो गया हेल्पिंग वर्ब is working verb then in the office is साडा rest of sentence है एक और एग्जांपल देखते हैं they talk to them politely ਹੁਣ ਇਸ ਸੈਂਟੈਂਸ ਦੇ ਵਿੱਚ ਸਾਡੇ ਕੋਲ helping verb missing ਹੈ ਕਿਉਂਕਿ ਇਹ simple past tense ਹੈ right ਇਹਦੇ ਵਿੱਚ ਅਸੀਂ verb ਦੀ second form ਲਗਾਈ ਹੈ so he they ਸਾਡਾ ਹੋ ਗਿਆ subject talked verb then them ਸਾਡਾ ਹੋ ਗਿਆ object and politely ਸਾਡਾ ਹੋ ਗਿਆ rest of sentence ਹੁਣ ਜੇ ਅਸੀਂ ਇਦਾਂ ਲਿਖੀਏ they talked और एक सिर्फ साढ़े को सब्जेक्ट और वर्ब है राइट ये बिल्कुल सही है they talked then जैसे इधर लिखिए they talked to them सब्जेक्ट वर्ब एंड ऑब्जेक्ट हो गया हम जैसे इधर लिखिए they talked politely ਹੁਣ ਇੱਕ ਸਾਡਾ ऑब्जेक्ट मिसिंग है they सब्जेक्ट talked verb politely hours स्टूडेंट्स ਇਹ ਸਟਰਕਚਰ ਸਮਝਣ ਦਾ ਤੁਹਾਨੂੰ ਬਹੁਤ ਜ਼ਿਆਦਾ ਲੋੜ ਹੈ ਬਿਕਾਜ਼ ਅੱਗੇ ਜਾ ਕੇ ਜਦ ਅਸੀਂ ਤੁਹਾਡੇ ਨਾਲ ਰੀਡਿੰਗ ਡਿਸਕਸ ਕਰਨੀ ਹੈ ਰਾਈਟਿੰਗ ਡਿਸਕਸ ਕਰਨੀ ਹੈ ਔਰ ਇਹ ਸਟਰਕਚਰ ਸਾਡਾ ਪੀਟੀ ਦੇ ਫਿਲਿੰਗ ਦਾ ਬਲੈਂਕਸ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਆਈ ਅਸ਼ੋਰ ਯੂ ਵੀ ਜੇ ਇਹ ਸਟਰਕਚਰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਤੁਹਾਡੀ ਰੀਡਿੰਗ ਦੇ ਫਿਲਿਪਸ ट्रू फॉल्स पीटी ਦੇ ਬਲੈਂਕਸ ਲਿਸਨਿੰਗ ਦੇ ਬਲੈਂਕਸ ਕਦੇ ਵੀ ਗਲਤ ਨਹੀਂ ਹੋਣਗੇ ਅਸੀਂ ਡਿਟੇਲਸ ਹੁਣ ਡਿਸਕਸ ਕਰਾਂਗੇ ਆਰਓਐਸ ਨੂੰ ਆਬਜੈਕਟ ਨੂੰ ਵਰਬ ਨੂੰ ਸਬਜੈਕਟ ਨੂੰ ਹਰ ਇੱਕ ਚੀਜ਼ ਨੂੰ ਡਿਟੇਲ ਚ ਅਸੀਂ ਡਿਸਕਸ ਕਰਾਂਗੇ ਸੋ ਵੀਡੀਓ ਐਂਡ ਤੱਕ ਦੇਖੋ ਹੁਣ ਗੱਲ ਕਰਦੇ ਹਾਂ ਅਸੀਂ ਸਬਜੈਕਟ ਦੀ ਹੁਣ ਸਬਜੈਕਟ ਕੀ ਹੁੰਦਾ ਸੈਂਟੈਂਸ ਚ ਸਬਜੈਕਟ ਹੋਏਗਾ ਨਾਉਨ ਤੇ ਵਾਟ ਇਜ਼ ਨਾਉਨ The name of any person, place or thing is called noun. ਅਸੀਂ ਬਚਪਨ ਤੋਂ ਹੀ ਇਸ ਡੈਫੀਨੇਸ਼ਨ ਨੂੰ ਕਰਦੇ ਆ ਰਹੇ ਹਾਂ ਕਿ ਨਾउन ਹਮੇਸ਼ਾ ਕਿਸੇ ਬੰਦੇ ਦਾ ਪਲੇਸ ਦਾ ਜਾਂ ਜਗ੍ਹਾ ਦਾ ਨਾਮ ਹੁੰਦਾ ਹੈ ਫॉर एग्जांपल ਅਮਰ ਟਰੂਸਟੋਨ ਤਰਨਤਾਰਨ ਕੋਟ ਐਂਡ ਡੋਰ ਸੈਂਟੈਂਸ ਦੇਖੋ ਅਮਰ is teaching right now ਟਰੂਸਟੋਨ is an IELTS academy ਤਰਨਤਾਰਨ is a religious place so ਇਹਦੇ ਜਿਹੜੇ ਸਾਰੇ ਵਰਡਸ ਨੇ ਇਹ ਸਬਜੈਕਟ पर जो डेफिनेशन ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਇਹ 50% डेफिनेशन है यस 50% डेफिनेशन है ਹੁਣ ਬਾਕੀ 50% ਕੀ ਹੈ ਦੇਖੋ ਐਨੀ ਵਰਡ ਕੋਈ ਵੀ ਐਸਾ ਸ਼ਬਦ ਜਿਹੜਾ ਪਲੂਰਲ ਬਣ ਜਾਵੇ ਉਹ ਨਾਉਨ ਹੁੰਦਾ ਐਨੀ ਵਰਡ which becomes plural is a noun ਜਿਵੇਂ ਕਿ ਇੱਕ ਵਰਡ ਅਸੀਂ ਲੈਂਦੇ ਹਾਂ ਐਡਮਿਸ਼ਨ ਹੁਣ ਐਡਮਿਸ਼ਨ ਜਿਹੜਾ ਵਰਡ ਹੈ ਉਹ ਨਾ ਹੀ ਕਿਸੇ ਬੰਦੇ ਦਾ ਨਾਮ ਹੈ
ना ही किसी जगह का नाम है तो ना ही किसी चीज का नाम। सो एडमिशन तो एडमिशंस बन जाता है। सो एक ही है साडा नाउन। एक होर वर्ड देखो एक्सपीरियंस। सो एक्सपीरियंस तो बन गया एक्सपीरियंसेस। सो की है नाउन। नाउन की पछाण यही है कि जेड़ा वर्ड नेम प्लेस एनिमल दिस नेम प्लेस और थिंग तो अलावा जेड़ा वर्ड प्लूरल बन जाए राइट और नाउन ही होएगा। इफेक्ट तो बन गया इफेक्ट्स। बच्चों इस चीज का ध्यान रखना है कि अज तो बाद जब भी तुम कोई वर्ड देखना जो सब्जेक्ट है जो पर्सन प्लेस थिंग है पर उस तो अलावा मान लो प्लूरल बन जाता है तो सब्जेक्ट ही होएगा। इस तो अलावा इन दोनों चीजों तो अलावा कोई भी होर चीज सब्जेक्ट बन ही नहीं सकती। इस चीज का तुम खास ध्यान रखना। I hope this is clear to you. ਹੁਣ ਅਸੀਂ ਵਰਡ ਹੈ pronoun word. So what is pronoun? A word which is used in place of noun. ਜਿਹੜਾ ਸ਼ਬਦ ਨਾउन ਦੀ ਜਗ੍ਹਾ ਲੈ ਲਵੇ। ਹੁਣ ਜਿਹੜਾ ਸ਼ਬਦ ਮੰਨ ਲਓ ਨਾउन ਦੀ ਜਗ੍ਹਾ ਲੈ ਲੈਂਦਾ ਇਹਦਾ ਮਤਲਬ ਨਾउन pronoun ਮਤਲਬ ਨਾउन ਹੀ ਹੋਇਆ ਨਾ। ਹੁਣ ਦੇਖੋ ਸਾਡੇ pronouns ਕੀ ਨੇ he she it they I we and you। ਹੁਣ ਜਿੱਦਾਂ ਅਸੀਂ sentence ਲਿੱਤਾ ਅਮਰ right so Amar is teaching right now so Amar so I am teaching right now he is teaching he is working कुछ भी ਅਸੀਂ यूज कर सकते हैं। so ਜਿਹੜਾ ਸ਼ਬਦ noun ਦੀ ਜਗ੍ਹਾ ਆ ਗਿਆ that's called pronoun। ਇਹ ਵੀ subject ਬਣ ਸਕਦਾ ਸਾਡਾ subject ਬਣਦਾ। ਹੁਣ ਅਸੀਂ ਗੱਲ ਕਰਦੇ ਹਾਂ helping verb ਦੀ ਸਾਡੇ ਸਟਰਕਚਰ ਦੇ ਵਿੱਚ। now helping verb ਸਾਡੇ helping verbs ਹੋਣਗੇ is am are was were can could will should would बहुत सारे ऐसे होर हेल्पिंग वर्ब साडे बनते हैं। हुण ये असीं टेंस दे हिसाब नाल स्ट्रक्चर के हिसाब नाल वर्ब के हिसाब नाल लगेगा और सब्जेक्ट के हिसाब नाल भी। जे हुण साडा सब्जेक्ट सिंगुलर है तो असीं प्रेजेंट बना रहे हैं तो इज लग जाएगा एम आई दे नाल लग जाएगा इदां ही आर प्लूरल दे नाल प्रेजेंट लग जाएगा। सो इहदी असीं अगे जाके डिटेल गल करांगे। फिलहाल तुसीं ये देखो कि ये साडे हेल्पिंग वर्ब्स ने राइट। अगे हम वर्ब दे थर्ड साडी थिंग व्हिच इज वर्ब। हुण वर्ब देखो वर्ब मींस एक्शन क्रिया मोड ऑफ एक्शन जिवें कि अटैक एडवाइज वर्क ड्रिंक एंड जंप। हुण इहदे च वैसे ये भी टेंस दे हिसाब नाल बनदे ने। जे प्रेजेंट है वैसे एस और ईएस लगा दिंदे असीं ऑलरेडी अपनी टेंसेस वाली वीडियो च डिस्कस कीता यू गो एंड चेक इट आउट। फिर जे असीं कंटीन्यूअस बनाना तो आईएनजी लगा दिंदे आ नाल असीं हेल्पिंग वर्ब यूज कर लैंदे। सो जिथे भी सेंटेंस विच एक्शन दी गल होवे असीं ऑलरेडी सेंटेंसेस करके खटे आ ही इज वर्किंग ऑन हिज लैपटॉप। सो वर्किंग काम हो रहा है वो साडे सेंटेंस जिदा सो दे टॉक्ड टू देम पोलाइटली। सो टॉक जिहड़ा गल हुई है ਉਹਦੇ ਵਿੱਚ वर्ब है। सो ऐसे बहुत सारे सेंटेंस जिदा माय मदर इज कुकिंग इन द किचन। सो कुकिंग ਇਹਦੇ ਵਿੱਚ ਸਾਡਾ वर्ब हो गया। सो जिथे भी सेंटेंस ਵਿੱਚ एक्शन हो रहा है क्रिया हो रही दैट इज कॉल्ड वर्ब राइट। नाउ लेट्स मूव ऑन टू ऑब्जेक्ट एंड रेस्ट ऑफ सेंटेंस। सो टॉकिंग अबाउट ऑब्जेक्ट there are two types of object. First one object direct and second object indirect. So talking about object direct मैं already तुहानू दस चुकी हां कि subject जिहड़ा वो नाउन हुंदा है। So in the same way object direct भी नाउन हुंदा है। किसी भी जगह दा नाम किसी बंदे दा नाम so in the name of any person place or thing example ਅਸੀਂ लिखे अमर ट्रू स्टोन तरन तारण। So ये भी object बनदे ने। या फिर जेड़ा भी वर्ड एनी वर्ड व्हिच बिकम्स प्लूरल इज आल्सो अ नाउन और ये जेड़ा नाउन है ऑब्जेक्ट भी बन सकता है। जिवें एडमिशन तो एडमिशंस हो गया एक्सपीरियंस तो एक्सपीरियंसेस इफेक्ट तो इफेक्ट्स। लेट्स हैव एन एग्जांपल। हुण एग्जांपल देखो एडमिशंस इन द स्कूल इज स्टार्टिंग फ्रॉम जून। हुण इत्थे जेड़ा एडमिशंस है ये साडा है सब्जेक्ट राइट। सो ਇਹ ਵਾਲਾ सेंटेंस देखो द स्कूल इज स्टार्टिंग एडमिशंस फ्रॉम जून। सो ਇਹਦੇ ਵਿੱਚ ਜਿਹੜਾ ਇੱਥੇ ਸਾਡਾ ਸਬਜੈਕਟ ਸੀ ਇਹ ਇੱਥੇ ਕੀ ਬਣ ਗਿਆ ऑब्जेक्ट बन गया ऑब्जेक्ट डायरेक्ट बन गया राइट। सो जेड़ा भी वर्ड नाउन है या फिर जेड़ा भी वर्ड प्लूरल बन जाएगा वो सब्जेक्ट भी बन सकता है ते ऑब्जेक्ट भी बन सकता है ऑब्जेक्ट डायरेक्ट। हुण ਅਸੀਂ देखते हैं अपनी सेकंड टाइप व्हिच इज ऑब्जेक्ट इनडायरेक्ट। ਤੁਸੀਂ ਇਹ ਦੇਖੋ ऑब्जेक्ट इनडायरेक्ट ਸਾਡੇ ਕੋਲ ਹੈਗੇ मी हिम हर अस देम यू एंड इट। ਇਹੀ ਜਿਹੜੇ वर्ड्स ਨੇ ऑब्जेक्ट इनडायरेक्ट बनते ਨੇ। एक एग्जांपल देखो she gave an apple to me। ਹੁਣ ਇਸ सेंटेंस ਦੇ ਵਿੱਚ ਸਾਡੇ ਕੋਲ she is subject gave verb ਦੀ सेकंड फॉर्म है verb है ਇਹ ਸਾਡੇ ਕੋਲ हेल्पिंग verb नहीं है। ਉਸ ਤੋਂ ਬਾਅਦ an apple। ਹੁਣ apple ਤੋਂ apples बन सकता है ਇਹ नाउन है राइट। सो फ्रूट का नाम है सो एप्पल तो एप्पल्स बन गया ये साडा बन गया ऑब्जेक्ट डायरेक्ट। उस तो बाद टू मी इज ऑब्जेक्ट इनडायरेक्ट राइट। आ देखो ਅਸੀਂ ਇੱਥੋਂ ਲੈ ਲੈਣੀ। एक और एग्जांपल देखते हैं
they talked to them. ਹੁਣ they ਸਾਡਾ ਹੋ ਗਿਆ subject, talked verb, so them, right? ਇੱਥੇ them ਇਹ ਸਾਡੇ ਕੋਲ ਆ ਗਿਆ object indirect. ਹੁਣ ਇਹਦੇ ਵਿੱਚ ਸਾਡੇ ਕੋਲ direct object ਸੀਗਾ ਪਰ ਇਹਦੇ ਵਿੱਚ object indirect ਹੈ, right? I hope this is clear to you. So now talking about the last part which is rest of sentence ਜਿਹਨੂੰ ਅਸੀਂ ਕਹਿੰਦੇ ਆ ROS. ਹੁਣ ਜੇ ਅਸੀਂ ਗੱਲ ਕੀਤੀ ਹੈ ਕਿ ਸਬਜੈਕਟ ਸਾਡਾ ਨਾउन ਬਣੇਗਾ, ਆਬਜੈਕਟ ਵੀ ਨਾउन ਹੋਏਗਾ, ਪਰ ਰੈਸਟ ਆਫ ਸੈਂਟੈਂਸ ਕੀ ਹੋਏਗਾ? ਸੋ ਰੈਸਟ ਆਫ ਸੈਂਟੈਂਸ ਅਸੀਂ ਪਾਣੇ ਆ ਐਡਵਰਬਸ, ਐਡਵਰਬੀਅਲਸ, ਔਰ ਸਾਡੇ ਕੋਲ 3 ਟਾਈਪਸ ਦੇ ਐਡਵਰਬੀਅਲਸ ਨੇ। ਸੋ ਪਹਿਲਾ ਹੈ ਸਾਡੇ ਕੋਲ ਐਡਵਰਬ ਆਫ ਪਲੇਸ, ਜਿਹੜਾ ਕਿ ਜਗ੍ਹਾ ਦਾ ਮੈਂਸ਼ਨ ਕਰਦਾ ਹੈ, where ਦਾ ਜਵਾਬ ਦਿੰਦਾ ਹੈ, ਜਿੱਦਾਂ ਕਿ in the office, to school, at sunset, here, there, at bus stand ਜਾਂ ਕੁਝ ਵੀ। ਜਿਵੇਂ I will talk to you in the office, I'm going to school, he is going there, come here। so ਇਹ ਸਾਰੇ ਸਾਡੇ adverbial of place ਹੋ ਗਏ। ਸੈਕੰਡ ਟਾਈਪ ਹੋ ਗਿਆ adverb of time, ਜਿਹੜਾ ਮੈਂਸ਼ਨ ਕਰਦਾ ਹੈ when ਦਾ ਜਵਾਬ ਦਿੰਦਾ ਹੈ ਕਦੋਂ, ਜਿਵੇਂ ਕਿ in the morning, 8 p.m, last night, in few minutes, today, next year, 2023 और many more। ਜਿਵੇਂ ਕਿ I'm going to school at 8 a.m, I came here last night, he will come here in few minutes। या ਜਿਹੜੀ भी चीज टाइम ਦਾ रेफरेंस ਦਿੰਦੀ ਹੈ ਉਹ ਹੋਏਗਾ adverb of time। लास्ट साडा है adverb of manner, ਇਹ ਜਵਾਬ ਦਿੰਦਾ ਹੈ ਕਿੱਦਾਂ, ਕਿ ਜੇ ਕੋਈ ਕੰਮ ਹੋ ਰਿਹਾ ਜਾਂ ਐਕਸ਼ਨ ਦੇ ਬਾਅਦ ਕਿ ਕਿੱਦਾਂ ਦਾ ਹੋ ਰਿਹਾ। ਜਿਵੇਂ ਦੇਖੋ gracefully, loudly, ਅਸੀਂ ਪਿੱਛੇ ਸੈਂਟੈਂਸ ਕੀਤਾ they talk to them politely, so ਗੱਲ ਕਿੱਦਾਂ ਕੀਤੀ? politely। beautifully, she danced beautifully, politely, clearly, fastly, the horse ran fastly, come here quickly। so जब भी sentences ਦਾ mention ਹੋਵੇ ਜਿਹਦੇ ਵਿੱਚ ਜਿਹੜੀ ਗੱਲ ਕਰੇ ਵੀ ਕਿੱਦਾਂ, ਉਹ ਹੋ ਗਿਆ ਸਾਡਾ adverb of manner। और एक चीज का ध्यान रखना है कि जिन्हें वर्ड्स ਜਿਹੜੇ adverb of manner ਨੇ, ਇਹਨਾਂ ਦੀ ਪਛਾਣ ਇਹ ਹੈ ਕਿ ਇਹਨਾਂ ਦੇ ਪਿੱਛੇ ly ਲੱਗਾ ਹੁੰਦਾ ਹੈ। ਤੁਸੀਂ ਦੇਖੋ ਜਿੰਨੇ ਵੀ ਵਰਡ ਅਸੀਂ ਲਿਖੇ ਆ ਉਹਨਾਂ ਦੇ ਪਿੱਛੇ ly ਲੱਗਾ, ਸੋ ਜਿਹੜੇ ਵਰਡਸ ਦੇ ਪਿੱਛੇ ly ਲੱਗਾ ਹੁੰਦਾ ਹੈ ਉਹ ਸਾਡੇ adverb of manner ਹੁੰਦੇ ਨੇ, ਰਾਈਟ। ਸੋ ਹੁਣ ਕੁਝ ਐਗਜ਼ਾਮਪਲਸ ਦੇਖਦੇ ਹਾਂ। ਸਾਡਾ ਪਹਿਲਾ ਐਗਜ਼ਾਮਪਲ ਦੇਖੋ, I will talk to you in the office। ਹੁਣ I ਸਾਡਾ ਕੀ ਹੈ? ਸਬਜੈਕਟ। when will talk ਸਾਡਾ will ਸਾਡਾ ਹੋ ਗਿਆ helping verb, talk ਸਾਡਾ ਹੋ ਗਿਆ verb। then you use object indirect, already मैं ਤੁਹਾਨੂੰ डिस्कस ਕੀਤੀ two types of objects, so ਇੱਥੇ you ਸਾਡਾ ਹੋ ਗਿਆ object indirect, and in the office ਇਹ ਸਾਡਾ ROS ਹੈ, ਔਰ ਕਿਹੜਾ place ਨੂੰ ਮੈਂਸ਼ਨ ਕਰ ਰਿਹਾ ਵੀ ਕਿੱਥੇ, ਇਹ ਹੋ ਗਿਆ place, right। next ਦੇਖੋ they came here, so they ਸਾਡਾ ਹੋ ਗਿਆ subject, came ਇਹਦੇ ਵਿੱਚ ਸਾਡਾ helping verb missing ਹੈ, ਅਸੀਂ verb ਦੀ second form use ਕੀਤੀ ਹੈ, and then here ਇਹ ਹੋ ਗਿਆ adverb of place। next ਦੇਖੋ I will go there at 9 p.m stealthily। ਹੁਣ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਸੈਂਟੈਂਸ ਦੇ ਵਿੱਚ adverb of place ਜਾਂ ਜਿਹੜਾ adverb of place, time, manner ਕਿੰਨੇ ਵੀ ਆ ਸਕਦੇ ਨੇ। ਇੱਥੇ ਇਸ ਸੈਂਟੈਂਸ ਵਿੱਚ ਸਾਡੇ ਕੋਲ ਤਿੰਨੇ ਹੀ ਨੇ। ਦੇਖੋ I will go, so I ਸਾਡਾ ਹੋ ਗਿਆ subject, will helping verb, go verb। ਹੁਣ there ਇਹ ਹੈਗਾ ਸਾਡਾ place, adverb of place, ਕਿਉਂਕਿ ਜਗ੍ਹਾ ਨੂੰ ਮੈਂਸ਼ਨ ਕਰ ਰਿਹਾ there। ਉਸ ਤੋਂ ਬਾਅਦ at 9 p.m exact time ਨੂੰ ਮੈਂਸ਼ਨ ਕਰ ਰਿਹਾ, ਇਹ ਹੈਗਾ ਸਾਡਾ adverb of time। and last ਹੈਗਾ stealthily, ਇਹ ਹੈਗਾ adverb of manner, ਕਿਉਂਕਿ stealthily ਮਤਲਬ ਕਿੱਦਾਂ। ਹੁਣ ਤੁਸੀਂ ਦੇਖੋ there ਮੈਂਸ਼ਨ ਕਰ ਰਿਹਾ ਕਿੱਥੇ, 9 p.m time ਕਦੋਂ, and ਕਿੱਦਾਂ। stealthily ਮਤਲਬ ਹੁੰਦਾ ਚੋਰੀ ਚੋਰੀ। ਸੋ ਸੈਂਟੈਂਸ ਸਾਡਾ ਕਿ ਮੈਂ ਉੱਥੇ ਰਾਤੀ ਜਾਵਾਂਗਾ 9 ਵਜੇ ਚੋਰੀ ਚੋਰੀ, ਰਾਈਟ। ਸੋ stealthily ਸਾਡਾ ਮੈਂਸ਼ਨ ਕਰਦਾ ਹੈ ਮੈਨਰ ਨੂੰ। ਆਈ ਹੋਪ ਇਟਸ ਕਲੀਅਰ ਕਿ ਸਾਡੇ ਜਿੰਨੇ ਵੀ ਸਾਡਾ ਰੈਸਟ ਆਫ ਸੈਂਟੈਂਸ ਜਿਹੜਾ ਹੈ ਉਹ ਰੈਸਟ ਆਫ ਸੈਂਟੈਂਸ ਦੇ ਵਿੱਚ ਐਡਵਰਬੀਅਲਸ ਆਣਗੇ, 3 ਟਾਈਪਸ ਦੇ ਐਡਵਰਬੀਅਲਸ ਹੋ ਗਏ, ਰਾਈਟ। ਸੋ ਸੈਂਟੈਂਸ ਦੇ ਵਿੱਚ ਅਸੀਂ ਪਛਾਣ ਰਹੀ ਹੈ ਕਿ ਜਾਂ ਤਾਂ ਜਗ੍ਹਾ ਨੂੰ ਮੈਂਸ਼ਨ ਕਰੇਗਾ, ਜਾਂ ਟਾਈਮ ਨੂੰ ਮੈਂਸ਼ਨ ਕਰੇਗਾ, ਜਾਂ ਮੈਨਰ ਨੂੰ ਮੈਂਸ਼ਨ ਕਰੇਗਾ। ਹੁਣ ਅਸੀਂ ਕੁਝ ਹੋਰ ਐਗਜ਼ਾਮਪਲਸ ਦੇਖਦੇ ਹਾਂ ਔਰ ਸਾਰੇ ਸਟਰਕਚਰ ਨੂੰ ਅਸੀਂ ਡਿਸਕਸ ਕਰਦੇ ਹਾਂ। ਸੋ ਹੁਣ ਅਸੀਂ ਦੇਖਦੇ ਹਾਂ ਕੁਝ ਸੈਂਟੈਂਸਸ, ਕੁਝ ਐਗਜ਼ਾਮਪਲਸ। ਸਾਡਾ ਪਹਿਲਾ ਐਗਜ਼ਾਮਪਲ ਦੇਖੋ, the cat is sleeping on the mat peacefully। ਹੁਣ ਇਹਦੇ ਵਿੱਚ ਸਾਡਾ the cat ਨਾउन ਹੈ, ਇਹ ਹੋ ਗਿਆ ਸਾਡਾ ਸਬਜੈਕਟ, is helping verb, sleeping sleep ਸਾਡਾ verb ਹੈ, ਉਹਦੇ ਨਾਲ ing ਲੱਗ ਗਿਆ verb, then on the mat, ਹੁਣ cat ਕਿੱਥੇ ਸੁੱਤੀ ਹੈ? mat ਤੇ, ਇਹ ਹੋ ਗਿਆ adverb of place। ਹੁਣ
पीसफुली। हुण कैट किद्दां सुत्ती है? शांति दे नाल पिछे देखो ly लगा, सो ये साडा हो गया एडवर्ब ऑफ मैनर। किद्दां सुत्ती है जवाब दे रहे। नेक्स्ट एग्जांपल देखो, माय मदर कुक्स फूड इन द किचन। हुण माय मदर सब्जेक्ट, कुक्स ए विच हेल्पिंग वर्ब नहीं है, वर्ब है, देन फूड ऑब्जेक्ट इन द किचन, जगह मेंशन हो रही है कि मेरे मदर खाना किथे बना रहे ने? किचन दे विच, सो दिस इज एडवर्ब ऑफ प्लेस। नेक्स्ट एग्जांपल देखो, आई विल बिल्ड अ सैंड कासल ऑन द बीच टुमारो। सो आई साडा हो गया सब्जेक्ट, will helping verb, built verb, a sand castle object, on the beach हुने मेंशन कर रहे थे कितने ऐसे सैंड कासल बनाना है? on the beach place, and tomorrow टाइम में मेंशन कर रहे हैं कब? verb of time. Next example, she should finish her work at the library before dinner. So she pronoun है, in the place of noun is our subject है, should helping verb, finish verb, hard work object, ਇਹਦੇ ਚ work ਜਿਹੜਾ object ਹੈ, at the library ਹੁਣ place ਨੂੰ mention ਕਰ ਰਿਹਾ ਵੀ ਕਿਹੜਾ? adverb of place, and time ਨੂੰ mention ਕਰ ਰਿਹਾ before dinner, so ਇਹ ਸਾਡਾ time ਆ ਗਿਆ। Next example, we must submit our assignments online before midnight. So we subject, must helping verb, submit verb, our assignments object। ਹੁਣ ਤੁਸੀਂ ਦੇਖੋ ਇੱਥੇ ਕਿ ਜਿਹੜਾ word singular ਤੋਂ plural ਬਣ ਜਾਵੇ object ਜਾਂ subject ਹੋ ਸਕਦਾ, ਤੇ ਸਾਡਾ object ਬਣਿਆ। assignment ਤੋਂ ਕੀ ਬਣ ਗਿਆ? assignments, ਸੋ ਇਹ ਸਾਡਾ ਕੀ ਹੈ? object। ऑनलाइन कितने सबमिट करना है? ऑनलाइन, प्लेस जगह में मेंशन कर रहा है एडवर्ब ऑफ प्लेस, बिफोर मिडनाइट टाइम भी मेंशनिंग है एडवर्ब ऑफ टाइम। सो आई होप इट्स क्लियर टू यू स्टूडेंट्स, दिस सेंटेंस स्ट्रक्चर इज वेरी इंपॉर्टेंट टू यू, बिकॉज अगे जाके ਅਸੀਂ ਤੁਹਾਡੇ ਨਾਲ पीटी दी फिलअप डिस्कस करनी ने या आज ਦੀ रीडिंग डिस्कस करनी है, और जे ਤੁਹਾਨੂੰ ਇਹ सेंटेंस स्ट्रक्चर आंदा होएगा ਤੁਹਾਡੀ रीडिंग टिप्स पे होएगी। ਅਸੀਂ ग्रामर बेस ਤੁਹਾਨੂੰ रीडिंग समझानी है, पीटी समझानी है, फिर ਤੁਹਾਡੀ रीडिंग कभी भी गलत नहीं होएगी। सो ਹੁਣ ਤੁਹਾਡੇ ਲਈ ਦੋ sentences, the dog was chasing its tail playfully in the backyard। दूसरा sentence, the birds were singing their melodious tunes in the trees early in the morning। Tell me in the comment box, ਤੁਸੀਂ comment box में ਮੈਨੂੰ ਦੱਸੋ कि sentence ਦੇ ਵਿੱਚ ਕੀ subject है, ਕਿਹੜਾ helping verb है, verb, object, ROS। So I hope this lesson is clear to you। ਜੇ ਤੁਹਾਨੂੰ ਕੋਈ problem ਹੈ, do tell me in the comment box। So ਤੁਸੀਂ ਇਹਦਾ screenshot ਖਿੱਚ ਲਓ and tell me in the comment box। So thank you for watching this video। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ, please like it, subscribe it and share it with your friends and family। ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਡੇ ਲਈ ਮੋਟੀਵੇਸ਼ਨਲ, ਐਜੂਕੇਸ਼ਨਲ ਔਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਈਏ। ਸੋ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਟੇਕ ਕੇਅਰ।